सत श्री अकाल, मैं मनदीप सिंह। स्वागत है MPR 24 पंजाबी ते। सुगंध मुझे इस मिट्टी की, मैं देश नहीं बिकने दूंगा। इस नारे ਦੇ ਨਾਲ ਭਾਜਪਾ 2013 ਦੇ ਵਿੱਚ ਮੈਦਾਨ ਦੇ ਵਿੱਚ ਆਈ ਸੀ, ਜਦੋਂ ਸਾਨੂੰ ਗੁਜਰਾਤ ਮਾਡਲ ਦਿਖਾ ਕੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਦੇ ਤੌਰ ਤੇ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਜਨਤਾ ਨੇ ਭਰਪੂਰ ਹੁੰਗਾਰਾ ਦੇ ਕੇ ਕਾਂਗਰਸ ਵੱਲੋਂ ਹੁੰਦੇ ਨਿਤ ਨਵੇਂ ਘੁਟਾਲਿਆਂ 2G ਘੁਟਾਲਾ, ਚਾਰਾ ਘੁਟਾਲਾ ਵਗੈਰਾ ਵਗੈਰਾ ਤੋਂ ਤੰਗ ਆ ਕੇ ਸਰਕਾਰ ਨੇ ਨਰਿੰਦਰ ਮੋਦੀ ਨੂੰ ਬਹੁਮਤ ਦੇ ਨਾਲ ਸੀਟਾਂ ਬਹੁਤ ਜ਼ਿਆਦਾ ਦੇ ਕੇ ਸੱਤਾ ਦੇ ਵਿੱਚ ਲਿਆਂਦਾ ਸੀ, ਸਰਕਾਰ ਬਣਾਉਣ ਦਾ ਮੌਕਾ ਦਿੱਤਾ ਸੀ। ਕਿ ਸਰਕਾਰ ਨੇ ਆਪਣੇ ਉਸ ਨਾਰੇ ਨੂੰ सुगंध मुझे इस मिट्टी की, मैं देश नहीं बिकने दूंगा उल्टा करके सुगंध मुझे इस मिट्टी की, मैं देश ਨੂੰ ਵਿਕਣ ਤੋਂ नहीं रोक पाऊंगा ਇਹ ਤਾਂ ਨਹੀਂ ਤਬਦੀਲ ਕਰ ਲਿਆ। ਕਿਉਂਕਿ ਜਦੋਂ ਅਸੀਂ ਪਿਛਲੇ 6 ਸਾਲਾਂ ਦੇ ਰਿਕਾਰਡ ਦੇ ਵਿੱਚ ਝਾਤ ਮਾਰਦੇ ਹਾਂ ਤਾਂ ਨਿਤ ਕੋਈ ਨਾ ਕੋਈ ਕੰਪਨੀ ਵਿਕਦੀ ਸਾਨੂੰ ਨਜ਼ਰ ਆਉਂਦੀ ਹੈ, ਨਿਤ ਕੋਈ ਨਾ ਕੋਈ ਕੰਪਨੀ ਘਾਟੇ ਦੇ ਵਿੱਚ ਜਾਂਦੀ ਸਾਨੂੰ ਨਜ਼ਰ ਆਉਂਦੀ ਹੈ, ਜਦ ਕਿ ਪ੍ਰਾਈਵੇਟ ਕੰਪਨੀਆਂ, ਜੀਓ ਵਰਗੀਆਂ ਕੰਪਨੀਆਂ ਫ੍ਰੀ ਦਾ ਡਾਟਾ ਦੇ ਕੇ ਵੀ ਵਾਧੇ ਵਿੱਚ ਜਾਂਦੀਆਂ ਨੇ, ਫਾਇਦਾ ਕਮਾ ਜਾਂਦੀਆਂ ਨੇ। ਪਰ BSNL ਵਰਗੀਆਂ ਪੈਸੇ ਦਾ ਡਾਟਾ ਦੇ ਕੇ, ਪੈਸੇ ਦੀ ਕਾਲਿੰਗ ਦੇ ਕੇ ਵੀ ਘਾਟੇ ਦੇ ਵਿੱਚ ਜਾਂਦੀਆਂ ਸਾਨੂੰ ਨਜ਼ਰ ਆਉਂਦੀਆਂ ਨੇ। ਇਸ ਦਾ ਕਾਰਨ ਕੀ ਹੋ ਸਕਦਾ ਹੈ? ਜਾਂ ਤਾਂ ਸਰਕਾਰ ਨੂੰ ਕੰਮ ਨਹੀਂ ਚਲਾਉਣਾ ਆਉਂਦਾ, ਜਾਂ ਫਿਰ ਦਾਲ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਕਾਲਾ ਹੈ। ਸਮਝਣ ਦੀ ਕੋਸ਼ਿਸ਼ ਕਰਾਂਗੇ, ਪਰ ਹੁਣ ਦੇਖ ਲੈਂਦੇ ਹਾਂ ਕਿ ਸਰਕਾਰ ਦੇ ਇਸ ਸਮੇਂ ਦੇ ਵਿੱਚ ਆਰਥਿਕ ਹਾਲਾਤ ਕਿਹੋ ਜਿਹੇ ਬਣ ਚੁੱਕੇ ਨੇ। ਕੁਝ ਕੁ ਮਹੀਨੇ ਪਹਿਲਾਂ ਨਿਰਮਲਾ ਸੀਤਾਰਮਨ ਨੇ ਆਪਣਾ ਬਜਟ ਸੰਸਦ ਦੇ ਵਿੱਚ ਪੇਸ਼ ਕੀਤਾ ਸੀ, ਜੋ 4 ਕੁ ਮਹੀਨਿਆਂ ਦੇ ਵਿੱਚ ਹੀ ਫੇਲ ਹੋ ਕੇ ਰਹਿ ਗਿਆ ਹੈ। ਸਰਕਾਰ ਦੇ ਕੋਲ ਪੈਸਾ ਖਤਮ ਹੋ ਚੁੱਕਿਆ ਹੈ। ਸਰਕਾਰ ਨੂੰ ਚਲਾਉਣ ਦੇ ਲਈ, ਦੇਸ਼ ਨੂੰ ਚਲਾਉਣ ਦੇ ਲਈ ਸਰਕਾਰ ਦੇ ਕੋਲ ਬਜਟ ਹੀ ਕੋਈ ਨਹੀਂ ਹੈ, ਪੈਸਾ ਹੀ ਕੋਈ ਨਹੀਂ ਹੈ। ਕਿਉਂਕਿ ਜਿਹੜਾ GST ਦਾ ਪੈਸਾ ਕੇਂਦਰ ਸਰਕਾਰ ਕੋਲ ਇਕੱਠਾ ਹੁੰਦਾ ਹੈ, ਕੁਝ ਹਿੱਸਾ ਉਸਦਾ ਸਟੇਟਾਂ ਨੂੰ ਜਾਰੀ ਕੀਤਾ ਜਾਂਦਾ ਹੈ ਤੇ ਕੁਝ ਹਿੱਸਾ ਕੇਂਦਰ ਆਪਣੇ ਕੋਲ ਰੱਖ ਲੈਂਦੀ ਹੈ। ਤੇ ਹੁਣ ਉਹ ਹਿੱਸਾ, ਰਾਜਾਂ ਨੂੰ ਦੇਣ ਵਾਲਾ ਹਿੱਸਾ, ਸਰਕਾਰ ਕੋਲ ਪੈਸਾ ਹੀ ਨਹੀਂ ਹੈ। ਪਿਛਲੇ 4 ਮਹੀਨਿਆਂ ਦਾ ਜੋ ਕੇਂਦਰ ਸਰਕਾਰ ਵੱਲੋਂ ਰਾਜਾਂ ਨੂੰ ਹਿੱਸਾ ਦੇਣਾ ਸੀ, ਉਸ ਨੂੰ ਦੇਣ ਦੇ ਲਈ ਸਰਕਾਰ ਦੇ ਹੱਥ ਖੜੇ ਨੇ। 12 ਕਰੋੜ ਦੇ ਕਰੀਬ ਬੱਚਿਆਂ ਨੂੰ ਜੋ ਮਿਡ ਡੇ ਮੀਲ ਭੋਜਨ ਮਿਲਦਾ ਸੀ, ਦੇਸ਼ ਦੇ ਭਵਿੱਖੀਆਂ ਬੱਚਿਆਂ ਨੂੰ ਜੋ ਮਿਡ ਡੇ ਮੀਲ ਭੋਜਨ ਮਿਲਦਾ ਸੀ, ਉਹਨਾਂ ਵਿੱਚੋਂ 12 ਕਰੋੜ ਦੇ ਵਿੱਚੋਂ ਸਿਰਫ 1% ਨੂੰ ਹੀ ਉਹ ਮਿਡ ਡੇ ਮੀਲ ਭੋਜਨ ਮਿਲ ਪਾ ਰਿਹਾ ਹੈ। ਬਾਕੀ ਦੇਣ ਦੇ ਲਈ ਸਰਕਾਰ ਕੋਲ ਪੈਸਾ ਹੀ ਨਹੀਂ ਹੈ। ਸਰਕਾਰ ਨੇ ਸਕੀਮਾਂ ਬਹੁਤ ਚਲਾ ਦਿੱਤੀਆਂ ਨੇ, ਪਰ ਸਕੀਮਾਂ ਨੂੰ ਚਲਾਉਣ ਦੇ ਲਈ ਪੈਸਾ ਹੀ ਖਤਮ ਹੋ ਚੁੱਕਿਆ ਹੈ। ਕਿਉਂਕਿ ਸਰਕਾਰ ਦੇ ਕੋਲ ਸਿਰਫ ਟੈਕਸਾਂ ਤੋਂ ਇਲਾਵਾ ਹੋਰ ਕੋਈ ਆਮਦਨ ਹੀ ਨਹੀਂ ਹੈ। ਜੋ ਬਜਟ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ ਸੀ, 30,42,000 ਕਰੋੜ ਰੁਪਏ ਦਾ ਬਜਟ ਜੀ, ਜਿਸ ਦੇ ਵਿੱਚੋਂ ਤਕਰੀਬਨ 24 ਲੱਖ ਕਰੋੜ ਰੁਪਈਆ ਸਿਰਫ ਟੈਕਸਾਂ ਤੋਂ ਹੀ ਇਕੱਠਾ ਕੀਤਾ ਜਾਣਾ ਸੀ। ਹੁਣ ਲੋਕਡਾਊਨ ਦੇ ਦੌਰਾਨ ਟੈਕਸ ਇਕੱਠੇ ਨਹੀਂ ਹੋਏ ਤਾਂ ਕੀ ਸਰਕਾਰ ਦੇ ਕੋਲ ਕੋਈ ਇੱਦਾਂ ਦਾ ਇਨਫਰਾਸਟ੍ਰਕਚਰ ਹੀ ਖੜਾ ਨਹੀਂ ਕੀਤਾ ਗਿਆ ਕਿ ਉਹ ਆਪਣੇ ਆਮਦਨ ਦਾ ਸਾਧਨ ਬਣਾ ਸਕੇ? ਪਰ ਸਵਾਲ ਹੁਣ ਇੱਥੇ ਇਹ ਪੈਦਾ ਹੁੰਦਾ ਕਿ ਜਿਸ ਨੂੰ ਅਸੀਂ ਸੱਤਾ ਦੇ ਵਿੱਚ ਲੈ ਆਉਂਦੇ ਹਾਂ, ਜਿਸ ਪਾਰਟੀ ਨੂੰ ਚੁਣ ਕੇ ਅਸੀਂ ਸਰਕਾਰ ਬਣਾਉਣ ਦਾ ਮੌਕਾ ਦੇ ਦਿੰਦੇ ਹਾਂ, ਕਿ ਅਗਰ ਉਸਦੇ ਕੋਲ ਕੋਈ ਪਲੈਨਿੰਗ ਨਹੀਂ ਹੈ ਤਾਂ ਉਸਦੇ ਕੋਲ ਪੈਸਾ ਖਤਮ ਹੋ ਜਾਂਦਾ ਹੈ ਸਰਕਾਰ ਨੂੰ ਚਲਾਉਣ ਦੇ ਲਈ, ਸੱਤਾ ਨੂੰ ਚਲਾਉਣ ਦੇ ਲਈ, ਦੇਸ਼ ਨੂੰ ਚਲਾਉਣ ਦੇ ਲਈ। ਕਿ ਉਹ ਦੇਸ਼ ਨੂੰ ਹੀ ਵੇਚਣਾ ਸ਼ੁਰੂ ਕਰ ਦੇਵੇਗੀ? ਕਿ ਅਸੀਂ ਉਸ ਨੂੰ ਇਹ ਇਜਾਜ਼ਤ ਦੇ ਦਿੰਦੇ ਹਾਂ ਕਿ ਉਹ ਦੇਸ਼ ਨੂੰ ਵੇਚਣਾ ਸ਼ੁਰੂ ਕਰ ਦੇਵੇ, ਜੋ ਕਿ ਅੱਜ ਦੀ ਸੱਤਾਰੂੜ ਪਾਰਟੀ ਭਾਜਪਾ ਪਾਰਟੀ ਕਰਨ ਤੇ ਤੁਲੀ ਹੋਈ ਹੈ। ਕੁਝ ਕੁ ਘਰਾਣਿਆਂ ਨੂੰ, ਕੁਝ ਵੱਡੇ ਕਾਰਪੋਰੇਟਾਂ ਨੂੰ ਫਾਇਦਾ ਦੇਣ ਦੇ ਲਈ ਸਰਕਾਰ ਨੇ ਦੇਸ਼ ਨੂੰ ਹੀ ਪ੍ਰਾਈਵੇਟਾਈਜੇਸ਼ਨ ਦੇ ਨਾਮ ਤੇ ਵੇਚਣਾ ਸ਼ੁਰੂ ਕਰ ਦਿੱਤਾ ਹੈ, ਡਿਸਇਨਵੈਸਟਮੈਂਟ ਦੇ ਨਾਮ ਤੇ ਵੇਚਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਵਿੱਚ ਹੁਣ ਤੱਕ 23 ਦੇ ਕਰੀਬ ਕੰਪਨੀਆਂ ਵਿਕ ਚੁੱਕੀਆਂ ਨੇ। ਤੇ ਹੁਣ ਨਵੇਂ 2 ਨਾਮ ਸਾਹਮਣੇ ਜੋ ਆ ਰਹੇ ਨੇ, ਉਹ BPCL, ਭਾਰਤ ਪੈਟਰੋਲੀਅਮ। BPCL ਦਾ ਨਾਮ ਸਭ ਤੋਂ ਪਹਿਲਾਂ ਆ ਰਿਹਾ ਹੈ, ਜਿਸ ਦੇ ਵਿੱਚ 2000 ਦੇ ਕਰੀਬ ਕਰਮਚਾਰੀਆਂ ਨੂੰ VRS ਦੇਣ ਦੇ ਲਈ 13 ਅਗਸਤ ਦੀ ਲਾਸਟ ਮਿਤੀ ਰੱਖ ਦਿੱਤੀ ਗਈ ਹੈ। VRS ਭਾਵ ਕਿ ਵਲੰਟੀਅਰ ਰਿਟਾਇਰਮੈਂਟ ਸਕੀਮ, ਕਿਉਂਕਿ 30 ਸਤੰਬਰ ਤਾਂ ਲਾਸਟ ਉਸ ਦੀ ਡੇਟ ਹੈ ਕਿ ਉਸ ਨੂੰ 30 ਸਤੰਬਰ ਤੱਕ ਵਿਕ ਜਾਣਾ ਹੈ। ਫਿਰ ਕਾਰਪੋਰੇਟ ਘਰਾਣੇ ਉਹਨਾਂ ਦੇ ਨਾਲ ਕੀ ਕਰਨਗੇ? ਉਸ ਤੋਂ ਪਹਿਲਾਂ ਉਹ ਆਪਣੀ VRS ਲੈ ਲੈਣ। ਜੇ BPCL ਦੇ ਪਿਛਲੇ 5 ਸਾਲ ਦੇ ਰਿਕਾਰਡ ਤੇ ਝਾਕ ਮਾਰਦੇ ਹਾਂ ਤਾਂ 8000 ਰੁਪਏ ਉਹ ਕਮਾ ਕੇ ਦੇ ਰਹੀ ਹੈ, ਜਿਸ ਨੂੰ ਸਿਰਫ 54,000 ਕਰੋੜ ਦੇ ਵਿੱਚ 53% ਸਟੇਕ ਜੋ ਹੈ ਸਰਕਾਰ ਦਾ, ਉਹ ਪ੍ਰਾਈਵੇਟ ਘਰਾਣਿਆਂ ਨੂੰ ਵੇਚਣ ਤੇ ਸਰਕਾਰ ਰਾਹ ਪੱਧਰਾ ਬਿਲਕੁਲ ਕਰ ਚੁੱਕੀ ਹੈ। ਇਹਨਾਂ ਪ੍ਰਾਈਵੇਟ ਘਰਾਣਿਆਂ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਆ ਰਿਹਾ ਰਿਲਾਇੰਸ ਦਾ, ਉਸ ਤੋਂ ਬਾਅਦ ਸਾਊਦੀ ਦੀ ਅਰਾਮਿਕੋ, ਉਸ ਤੋਂ ਬਾਅਦ US ਦੀਆਂ ਹੋਰ ਆਇਲ ਕੰਪਨੀਆਂ ਜਿਹੜੀਆਂ ਉਸ ਨੂੰ ਖਰੀਦਣ ਦੇ ਲਈ ਅੱਗੇ ਆ ਰਹੀਆਂ ਨੇ। ਆਉਣਗੀਆਂ ਵੀ ਕਿਉਂ ਨਹੀਂ, ਕਿਉਂਕਿ ਵਾਧੇ ਵਾਲਾ ਕੰਮ ਹਰ ਕੋਈ ਖਰੀਦਣਾ ਚਾਹੁੰਦਾ ਹੈ। ਪਰ ਸਮਝ ਇੱਥੇ ਇਹ ਨਹੀਂ ਆਉਂਦੀ ਕਿ ਸਰਕਾਰ ਆਪਣੇ ਜੋ ਕਮਾਊ ਖੇਤਰ ਨੇ ਉਹਨਾਂ ਨੂੰ ਵੇਚਣ ਤੇ ਕਿਉਂ ਤੁਲੀ ਹੋਈ ਹੈ। ਇਸ ਤੋਂ ਸਪਸ਼ਟ ਇਹ ਹੋ ਜਾਂਦਾ ਹੈ ਕਿ ਕੁਝ ਕੁ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਸਰਕਾਰ ਸਭ ਕੁਝ ਹੀ ਵੇਚਣ ਤੇ ਤੁਲੀ ਹੋਈ ਹੈ, ਸਰਕਾਰੀ ਚੀਜ਼ਾਂ ਵੇਚਣ ਤੇ ਤੁਲੀ ਹੋਈ ਹੈ। ਪਹਿਲਾਂ ਅਸੀਂ ਦੇਖਿਆ ਕਿ ਡਾਲਮੀਆ ਗਰੁੱਪ ਨੂੰ ਲਾਲ ਕਿਲੇ ਦਾ ਕਾਰੋਬਾਰ ਸੰਭਾਲ ਦਿੱਤਾ ਗਿਆ 5 ਸਾਲਾਂ ਦੇ ਲਈ ਸਿਰਫ 25 ਕਰੋੜ ਦੇ ਵਿੱਚ, ਜੋ ਕਿ ਸਰਕਾਰ ਦੀ ਆਮਦਨ ਦਾ ਸਾਧਨ ਸੀ, ਜਿਸ ਦੇ ਉੱਪਰ ਖੜ ਕੇ ਹਰ ਸਾਲ ਪ੍ਰਧਾਨ ਮੰਤਰੀ ਭਾਸ਼ਣ ਦਿੰਦੇ ਨੇ। ਉਸ ਦਾ ਠੇਕਾ ਹੀ ਇੱਕ ਪ੍ਰਾਈਵੇਟ ਕੰਪਨੀ ਨੂੰ, ਡਾਲਮੀਆ ਗਰੁੱਪ ਨੂੰ ਦੇ ਦਿੱਤਾ ਗਿਆ।
ਏਅਰ ਇੰਡੀਆ ਨੂੰ 2006-7 ਤੋਂ ਲੈ ਕੇ ਹੁਣ ਤੱਕ ਲਗਾਤਾਰ ਘਾਟੇ ਵਿੱਚ ਸ਼ੋਅ ਕੀਤਾ ਜਾ ਰਿਹਾ ਹੈ। ਇਹਨਾਂ ਸਰਕਾਰੀ ਕੰਪਨੀਆਂ ਨੂੰ ਘਾਟੇ ਵਿੱਚ ਤਾਂ ਕਰਕੇ ਦਿਖਾਇਆ ਜਾਂਦਾ ਕਿ ਤਾਂ ਕਿ ਲੋਕਾਂ ਨੂੰ ਇਹ ਦਿਖਾਇਆ ਜਾ ਸਕੇ ਕਿ ਇਹ ਕੰਪਨੀਆਂ ਘਾਟੇ ਵਿੱਚ ਜਾ ਰਹੀਆਂ ਨੇ ਤਾਂ ਇਹਨਾਂ ਨੂੰ ਵੇਚਣ ਦੇ ਵਿੱਚ ਹੀ ਫਾਇਦਾ ਹੈ। ਸਮਝਣ ਦੀ ਗੱਲ ਇੱਥੇ ਇਹ ਹੈ ਕਿ ਜਿਹੜੀਆਂ ਕੰਪਨੀਆਂ ਘਾਟੇ ਵਿੱਚ ਜਾ ਰਹੀਆਂ ਨੇ, ਜਿਹੜਾ ਬੰਦਾ ਉਸ ਨੂੰ ਖਰੀਦ ਰਿਹਾ ਹੈ ਉਹ ਘਾਟੇ ਵਾਲੀ ਚੀਜ਼ ਨੂੰ ਕਿਉਂ ਖਰੀਦੂਗਾ? अगर वो घाटे वाली चीज़ ਨੂੰ खरीद के पैसा कमा सकता, क्योंकि प्राइवेट जो बंदे होंदे ने, जो कारपोरेट घराने होंदे ने, उन्हां दा काम हुंदा फ़ायदा लेना। तो अगर वो फ़ायदा कमा सकते हैं तो सरकार फ़ायदा क्यों नहीं कमा सकती? हुण दूजा नाम आ रहा है रेलवे का, जिस दे विच 109 रूट 151 ट्रेनां नूं प्राइवेटाइजेशन करन दी गल सामने आ रही है, जो कि पहलां सरकार कहती सी कि असीं किसी नूं भी चीज़ नूं प्राइवेटाइजेशन के नाम पर नहीं बेचांगे, असीं प्राइवेट नहीं करांगे किसी नूं। पर हुण उसका राह भी पद्धरा हो चुकिया है। जो लोग अफवाहें फैला रहे हैं कि रेलवे का प्राइवेटाइजेशन हो रहा है, वो सरासर गलत है। सरकार 151 प्राइवेट ट्रेनों के प्रोजेक्ट को शुरू करने जा रही है। निजी कंपनियों से प्रस्ताव मांगे गए हैं। केंद्र सरकार ने रेलवे में निजीकरण की तरफ पहला बड़ा कदम उठा लिया है। रेल मंत्रालय ने 109 रूट्स पर यात्री ट्रेन चलाने के लिए प्राइवेट पार्टीज को इनविटेशन दिया है। इसके लिए प्राइवेट पार्टीज को 30,000 करोड़ का निवेश करना होगा। पहली बार रेलवे में यात्री ट्रेन चलाने के लिए प्राइवेट पार्टी को आमंत्रित किया गया है। हुण कई मेरे वीर ये कहणगे कि प्राइवेट होने दे नाल नुकसान की है। प्राइवेट होने दे नाल तां फायदा ही मिलेगा, उसदियां सहूलतां वधाईਆਂ ਜਾਣਗੀਆਂ। जिस देश ਦੇ ਵਿੱਚ 130 ਕਰੋੜ आबादी ਦੇ ਵਿੱਚੋਂ 80 ਕਰੋੜ ਲੋਕ 5 ਕਿਲੋ ਅਨਾਜ ਦੇ ਉੱਪਰ ਜੀ ਰਹੇ ਹੋਣਗੇ, ਉਹਨਾਂ ਨੂੰ ਸਰਕਾਰੀ ਸਹੂਲਤਾਂ ਵਧੀਆ ਮਿਲਣਗੀਆਂ ਜਾਂ ਪ੍ਰਾਈਵੇਟ ਜੋ ਘਰਾਣੇ ਆ ਕੇ ਆਪਣਾ ਪੈਸਾ ਕਮਾਉਣ ਦੇ ਲਈ ਹੋੜ ਵਿੱਚ ਲੱਗ ਜਾਣਗੇ, ਉਹਨਾਂ ਤੋਂ ਉਹ ਸਹੂਲਤਾਂ ਮਿਲਣੀਆਂ ਜ਼ਿਆਦਾ ਸ਼ੁਰੂ ਹੋਣਗੀਆਂ। ਸਰਕਾਰ ਦਾ ਕੰਮ ਹੀ ਹੁੰਦਾ ਕਿ ਜੋ ਗਰੀਬ ਤਬਕਾ ਹੈ ਉਸ ਨੂੰ ਸਹੂਲਤਾਂ ਦੇ ਕੇ ਉਹ ਆਪਣੀ ਜੀਵਨ ਸ਼ੈਲੀ ਨੂੰ ਵਧੀਆ ਬਣਾ ਸਕਣ, ਆਪਣੇ ਜੀਵਨ ਜੀ ਸਕਣ। ਇਹ ਕੰਮ ਸਰਕਾਰ ਦਾ ਹੁੰਦਾ ਹੈ। ਜੇ ਸਰਕਾਰ ਇਹਨਾਂ ਕੰਮਾਂ ਤੋਂ ਮੁਨਕਰ ਹੋ ਕੇ ਸਾਰਾ ਕੁਝ ਹੀ ਪ੍ਰਾਈਵੇਟ ਘਰਾਣਿਆਂ ਨੂੰ ਦੇ ਦੇਵੇਗੀ ਤਾਂ ਸਰਕਾਰ ਦਾ ਫਿਰ ਰੋਲ ਕਿੱਥੇ ਰਹਿ ਜਾਵੇਗਾ? ਹੁਣ ਇੱਥੇ ਸਮਝਣ ਦੀ ਇਹ ਗੱਲ ਹੈ ਕਿ ਜਦੋਂ ਕੋਈ ਗਰੀਬ ਬੰਦਾ ਹਸਪਤਾਲ ਜਾਂਦਾ ਉਹ ਪਹਿਲਾਂ ਪ੍ਰਾਈਵੇਟ ਹਸਪਤਾਲ ਦੀ ਜਾਣ ਦੇ ਬਜਾਏ ਸਰਕਾਰੀ ਹਸਪਤਾਲ ਜਾਂਦਾ ਹੈ, ਕਿਉਂਕਿ ਉੱਥੇ ICU ਦਾ ਪੈਸਾ ਨਹੀਂ ਲਿਆ ਜਾਂਦਾ। ਅਗਰ ਉਹੀ ਬੰਦਾ ICU ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਤਕਰੀਬਨ ਲੱਖਾਂ ਰੁਪਈਆ ਇੱਕ ਦਿਨ ਦਾ ਉਹਨਾਂ ਦੀ ਫੀਸ ਬਣ ਜਾਂਦੀ ਹੈ, ਜੋ ਕਿ ਸਰਕਾਰੀ ਹਸਪਤਾਲ ਦੇ ਵਿੱਚ ਨਹੀਂ ਲਈ ਜਾਂਦੀ, ਕਿਉਂਕਿ ਆਮ ਬੰਦੇ ਨੇ ਇੰਨਾ ਪੈਸਾ ਕਿੱਥੋਂ ਅਫੋਰਡ ਕਰਨਾ ਹੈ। ਅਗਰ ਹੁਣ ਗੱਲ ਚੱਲ ਰਹੀ ਸੀ ਕਰੋਨਾ ਦੇ ਦੌਰਾਨ ਵੀ ਜਿਹੜੀਆਂ ਰੇਲ ਗੱਡੀਆਂ ਖੜੀਆਂ ਨੇ ਉਹਨਾਂ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਬਦਲੀ ਕਰ ਦਿੱਤਾ ਜਾਵੇ। ਆਈਸੋਲੇਸ਼ਨ ਵਾਰਡ ਬਣਾਇਆ ਵੀ ਗਿਆ ਟ੍ਰੇਨਾਂ ਦੇ ਵਿੱਚ। ਅਗਰ ਉਹੀ ਟ੍ਰੇਨਾਂ ਪ੍ਰਾਈਵੇਟ ਘਰਾਣਿਆਂ ਕੋਲ ਹੁੰਦੀਆਂ ਤਾਂ ਕੀ ਉਹ ਉਹਨਾਂ ਮਰੀਜ਼ਾਂ ਤੋਂ ਪੈਸਾ ਚਾਰਜ ਨਹੀਂ ਕਰਦੇ? ਉਹ ਪਹਿਲਾਂ ਪੈਸਾ ਚਾਰਜ ਕਰਦੇ, ਫਿਰ ਉਹ ਉਹਨਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਦਿੰਦੇ ਆਈਸੋਲੇਸ਼ਨ ਵਾਰਡ ਦੇ ਵਿੱਚ, ਟ੍ਰੇਨਾਂ ਦੇ ਵਿੱਚ। ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਜੋ ਪ੍ਰਾਈਵੇਟ ਹੈ ਉਹ ਸਭ ਤੋਂ ਪਹਿਲਾਂ ਆਪਣਾ ਫਾਇਦਾ ਦੇਖਦਾ ਹੈ, जनता ਦੇ ਨਾਲ ਉਹਨਾਂ ਨੂੰ ਕੋਈ ਹਮਦਰਦੀ ਨਹੀਂ ਹੁੰਦੀ। ਸਰਕਾਰ ਇਸੇ ਲਈ ਹੁੰਦੀ ਹੈ, ਸਰਕਾਰ ਇਸੇ ਲਈ ਟੈਕਸ ਇਕੱਠਾ ਕਰਦੀ ਹੈ ਤਾਂ ਕਿ ਜੋ ਗਰੀਬ ਤਬਕਾ ਹੈ ਉਹਨਾਂ ਨੂੰ ਵੀ ਕੁਝ ਸੁੱਖ ਸਹੂਲਤ ਮਿਲ ਸਕੇ। ਹੁਣ ਜੇ ਸਰਕਾਰ ਆਪਣੇ ਇਹਨਾਂ ਸਾਰੇ ਵਾਅਦਿਆਂ ਤੋਂ, ਇਹਨਾਂ ਸਾਰੇ ਕੰਮਾਂ ਤੋਂ ਮੁਨਕਰ ਹੋ ਕੇ ਸਾਰਾ ਕੁਝ ਹੀ ਪ੍ਰਾਈਵੇਟ ਸੈਕਟਰ ਨੂੰ ਦੇ ਦੇਵੇਗੀ ਤਾਂ ਗਰੀਬ ਤਬਕਾ ਹੈ ਉਹਨਾਂ ਦਾ ਜਿਉਣਾ ਬੇਹਾਲ ਹੋ ਜਾਵੇਗਾ। ਸਰਕਾਰ ਦੀ ਇਹ ਕਾਲੀ ਨੀਤੀ ਉਦੋਂ ਦੇਖਣ ਨੂੰ ਸਾਹਮਣੇ ਆਉਂਦੀ ਹੈ ਜਦੋਂ ਕਿ ਬੈਂਕਾਂ ਦਾ NPA ਹਮੇਸ਼ਾ ਵੱਧਦਾ ਜਾਂਦਾ ਹੈ। NPA ਉਸ ਨੂੰ ਕਹਿੰਦੇ ਨੇ ਜੋ ਬੈਡ ਲੋਨ, ਜਿਸ ਦੇ ਲੋਨ ਦਿੱਤੇ ਹੋਏ ਦੇ ਵਾਪਸ ਆਉਣ ਦੀ ਉਮੀਦ ਬਿਲਕੁਲ ਖਤਮ ਹੋ ਜਾਂਦੀ ਹੈ, ਉਸ ਨੂੰ ਨਾਨ ਪਰਫਾਰਮਿੰਗ ਐਸਟ ਕਹਿੰਦੇ ਨੇ, NPA ਕਿਹਾ ਜਾਂਦਾ ਹੈ, ਜੋ ਕਿ ਅੱਜ ਦੇ ਸਮੇਂ ਦੇ ਵਿੱਚ 11-12 ਲੱਖ ਦੇ ਕਰੀਬ ਹੋ ਚੁੱਕਿਆ, ਜਿੰਨਾ ਕਿ ਅੱਜ ਦੇ ਸਾਰੇ ਇੰਡੀਆ ਦੇ ਕਿਸਾਨਾਂ ਦਾ ਕਰਜ਼ਾ ਹੈ। ਅਗਰ ਸਰਕਾਰ ਚਾਹੇ ਤਾਂ ਸਖਤੀ ਦੇ ਨਾਲ ਉਹ NPA ਇਕੱਠਾ ਕਰਕੇ ਸਾਰੇ ਹੀ ਕਿਸਾਨਾਂ ਦਾ ਲੋਨ ਮਾਫ ਕਰ ਸਕਦੀ ਹੈ, ਜੇ ਸਰਕਾਰ ਚਾਹੇ ਤਾਂ। ਜੋ ਕਿ ਹੁਣ NPA ਜੋ 11-12 ਲੱਖ ਹੈ ਉਹ ਸਰਕਾਰੀ ਤੌਰ ਤੇ ਵੀ ਇਸ ਸਾਲ ਦੇ ਅੰਤ ਤੱਕ 20 ਲੱਖ ਕਰੋੜ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਤੇ ਦੂਜੇ ਪਾਸੇ ਅਗਰ ਇੱਕ ਕਿਸਾਨ ਸਿਰਫ 50,000 ਰੁਪਏ ਲੋਨ ਦੀ ਕਿਸ਼ਤ ਨਹੀਂ ਚੁਕਾ ਪਾਉਂਦਾ ਤਾਂ ਬੈਂਕ ਦੂਜੇ ਦਿਨ ਹੀ ਉਸਦੀ ਜ਼ਮੀਨ ਨੂੰ ਕੁਰਕੀ ਕਰਨ ਦੇ ਲਈ ਉਹਦੀ ਜ਼ਮੀਨ ਦੇ ਵਿੱਚ ਪਹੁੰਚ ਜਾਂਦੀ ਹੈ। ਤੇ ਅਨੇਕਾਂ ਹੀ ਕਿਸਾਨਾਂ ਨੇ ਜ਼ਮੀਨ ਕੁਰਕੀ ਹੋਣ ਦੇ ਡਰ ਤੋਂ ਖੁਦਕੁਸ਼ੀਆਂ ਵੀ ਕਰ ਲਈਆਂ ਨੇ, ਜਿਨ੍ਹਾਂ ਖੁਦਕੁਸ਼ੀਆਂ ਦਾ ਡਾਟਾ ਵੀ ਸਰਕਾਰ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕੰਪਨੀਆਂ ਦੇ ਘਾਟੇ ਨੂੰ ਦਿਖਾਉਣ ਤੋਂ ਮੈਨੂੰ ਯਾਦ ਆਇਆ 1974 ਦੀ ਰੇਲਵੇ ਸਟ੍ਰਾਈਕ। 1974 ਦੇ ਵਿੱਚ ਰੇਲਵੇ ਸਟ੍ਰਾਈਕ ਹੋਈ ਸੀ ਸਿਰਫ 20 ਦਿਨਾਂ ਦੇ ਲਈ, ਜਿਸ ਨੇ ਪੂਰੀ ਇਕਨੋਮੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪੂਰੀ ਦੁਨੀਆ ਦੇ ਵਿੱਚ ਤਹਿਲਕਾ ਮਚ ਗਿਆ ਸੀ, ਭਾਰਤ ਦੀ ਅਰਥ ਵਿਵਸਥਾ ਬਿਲਕੁਲ ਡਗਮਗਾ ਗਈ ਸੀ ਸਿਰਫ 20 ਦਿਨ ਦੀ ਰੇਲਵੇ ਸਟ੍ਰਾਈਕ ਦੇ ਨਾਲ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਰੇਲਵੇ ਦਾ ਬਜਟ ਕਿੰਨਾ ਮਾਇਨੇ ਰੱਖਦਾ ਹੈ ਇਸ ਸਰਕਾਰ ਨੂੰ ਚਲਾਉਣ ਦੇ ਲਈ, ਦੇਸ਼ ਦੇ ਲਈ। ਉਸ ਸਮੇਂ 57 ਕਰੋੜ ਆਬਾਦੀ ਦੇ ਦੇਸ਼ ਦੇ ਵਿੱਚ ਤਕਰੀਬਨ 70 ਲੱਖ ਲੋਕ ਰੋਜ਼ਾਨਾ ਸਫ਼ਰ ਕਰਦੇ ਸੀ ਰੇਲਵੇ ਦੇ ਵਿੱਚ, ਅਤੇ ਹੁਣ 130 ਕਰੋੜ ਆਬਾਦੀ ਦੇ ਦੌਰਾਨ ਤਕਰੀਬਨ 2 ਕਰੋੜ 30 ਲੱਖ ਲੋਕ ਰੋਜ਼ਾਨਾ ਸਫ਼ਰ ਕਰਦੇ ਨੇ ਰੇਲਵੇ ਦੇ ਵਿੱਚ।
ਉਸ ਸਮੇਂ 1974 ਦੇ ਵਿੱਚ 6 ਲੱਖ ਟਨ ਦੀ ਢੋਆ ਢੁਆਈ ਰੇਲਵੇ ਦੇ ਵਿੱਚ ਕੀਤੀ ਜਾਂਦੀ ਸੀ, ਜੋ ਕਿ ਹੁਣ ਅੱਜ ਦੇ ਸਮੇਂ ਦੇ ਵਿੱਚ 33 ਲੱਖ ਟਨ ਦੀ ਢੋਆ ਢੁਆਈ ਰੇਲਵੇ ਦੇ ਵਿੱਚ ਕੀਤੀ ਜਾਂਦੀ ਹੈ। ਤੇ ਉਸ ਸਮੇਂ ਦੇ ਵਿੱਚ ਤਕਰੀਬਨ 17 ਲੱਖ ਕਰਮਚਾਰੀ ਰੇਲਵੇ ਦੇ ਵਿੱਚ ਕੰਮ ਕਰਦੇ ਸੀ, ਜੋ ਕਿ ਅੱਜ 14 ਲੱਖ ਕਰਮਚਾਰੀ ਕੰਮ ਕਰਦੇ ਨੇ ਰੇਲਵੇ ਦੇ ਵਿੱਚ। ਤੇ ਹੁਣ ਸਮਝ ਇੱਥੇ ਇਹ ਨਹੀਂ ਆਉਂਦੀ ਕਿ ਜਦੋਂ 70 ਲੱਖ ਲੋਕ ਰੋਜ਼ਾਨਾ ਸਫ਼ਰ ਕਰਦੇ ਸੀ ਤੇ ਹੁਣ ਤਕਰੀਬਨ 2 ਕਰੋੜ 30 ਲੱਖ ਲੋਕ ਰੋਜ਼ਾਨਾ ਸਫ਼ਰ ਕਰਦੇ ਨੇ ਰੇਲਵੇ ਦੇ ਵਿੱਚ। ਤੇ ਹੁਣ ਰੇਲਵੇ ਘਾਟੇ ਦੇ ਵਿੱਚ ਕਿਵੇਂ ਜਾ ਸਕਦੀ ਹੈ? ਜਾਂ ਤਾਂ ਸਰਕਾਰ ਆਪਣੇ ਉੱਪਰ ਕਿਸੇ ਵੀ ਕੰਮ ਦਾ ਬੋਝ ਹੀ ਨਹੀਂ ਰੱਖਣਾ ਚਾਹੁੰਦੀ, ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਵੇਚ ਕੇ ਆਪ ਆਪਣੀ ਇਸ ਜ਼ਿੰਮੇਵਾਰੀ ਤੋਂ ਮੁਨਕਰ ਹੋ ਜਾਣਾ ਚਾਹੁੰਦੀ ਹੈ। ਸਿਰਫ ਐਸ਼ ਪ੍ਰਸਤੀ ਦਾ ਜੀਵਨ ਜਿਉਣ ਦੇ ਲਈ ਸਭ ਕੁਝ ਤੋਂ ਹੀ ਮੁਨਕਰ ਹੋ ਕੇ ਸਾਈਡ ਤੇ ਬਹਿ ਕੇ ਆਪਣਾ ਆਨੰਦ ਲੈਣਾ ਚਾਹੁੰਦੀ ਹੈ ਸਰਕਾਰ। ਅਤੇ ਜਾਂ ਫਿਰ ਜਿਹੜੀ ਸਰਕਾਰ 5 ਸਾਲ ਦੇ ਲਈ ਜਾਂ 10 ਸਾਲ ਦੇ ਲਈ ਸੱਤਾ ਦੇ ਵਿੱਚ ਆਉਂਦੀ ਹੈ, ਉਹ ਸਭ ਕੁਝ ਵੇਚ ਕੇ ਉਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਦੇ ਕੇ, ਜਿਨ੍ਹਾਂ ਤੋਂ ਉਹ ਫਾਇਦਾ ਬਾਅਦ ਦੇ ਵਿੱਚ ਲੈਣ ਦੀ ਉਮੀਦ ਰੱਖਦੇ ਨੇ, ਸਿਰਫ ਉਹਨਾਂ ਨੂੰ ਹੀ ਫਾਇਦਾ ਦੇ ਕੇ ਸੱਤਾ ਦੇ ਵਿੱਚੋਂ ਸਾਈਡ ਤੇ ਹੋ ਜਾਣਾ ਚਾਹੁੰਦੀ ਹੈ ਕਿ ਅਗਲੀ ਸਰਕਾਰ ਕੋਈ ਆਵੇਗੀ ਆਪਣੇ ਆਪ ਨਿਪਟਦੀ ਰਹੇਗੀ। ਇਸ ਸੋਚ ਦੇ ਨਾਲ ਸਰਕਾਰਾਂ ਆਪਣਾ ਕੰਮ ਚਲਾਉਂਦੀਆਂ ਨੇ। ਜਿਵੇਂ ਹੁਣ ਪਿੱਛੇ ਜੇ ਚੀਨ ਦੇ ਨਾਲ ਤਣਾਅ ਪੈਦਾ ਹੋਣ ਦੇ ਨਾਲ ਚੀਨ ਦਾ ਸਮਾਨ ਦਾ ਬਾਈਕਾਟ ਕਰਨ ਦਾ ਜੋ ਦੇਸ਼ ਦੇ ਵਿੱਚ ਇੱਕ ਰੁਝਾਨ ਚੱਲਿਆ ਸੀ, ਜਦ ਕਿ ਸਰਕਾਰ ਨੇ ਕਈ ਐਪਸ ਵੀ ਚੀਨ ਦੀਆਂ ਬਲੌਕ ਕਰ ਦਿੱਤੀਆਂ ਨੇ ਇੰਡੀਆ ਦੇ ਵਿੱਚ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਅਗਰ ਅਸੀਂ ਚੀਨ ਦਾ ਸਮਾਨ ਨਹੀਂ ਖਰੀਦਾਂਗੇ ਤਾਂ ਉਹ ਸਮਾਨ ਅਸੀਂ ਖਰੀਦਾਂਗੇ ਕਿੱਥੋਂ? ਭਾਰਤ ਦੇ ਵਿੱਚ 65% ਤੋਂ ਉੱਪਰ ਦਵਾਈਆਂ ਦਾ ਕੱਚੇ ਮਾਲ ਦਾ ਨਿਰਯਾਤ ਚੀਨ ਤੋਂ ਹੀ ਕੀਤਾ ਜਾਂਦਾ ਹੈ। 70% ਤੋਂ ਉੱਪਰ ਇਲੈਕਟ੍ਰੋਨਿਕ ਸਮਾਨ ਦਾ ਨਿਰਯਾਤ ਹੀ ਚੀਨ ਤੋਂ ਹੀ ਕੀਤਾ ਜਾਂਦਾ ਹੈ। ਇੱਥੇ ਵੀ ਸਾਨੂੰ ਸਰਕਾਰ ਦੀ ਚਾਲ ਸਮਝਣੀ ਪਵੇਗੀ। ਅਗਰ ਅਸੀਂ ਉੱਥੋਂ ਸਮਾਨ ਨਹੀਂ ਖਰੀਦਦੇ, ਚੀਨ ਤੋਂ ਸਮਾਨ ਨਹੀਂ ਨਿਰਯਾਤ ਹੁੰਦਾ, ਤਾਂ ਮਜਬੂਰਨ ਇੰਡੀਆ ਦੇ ਵਿੱਚ ਸਮਾਨ ਸਾਨੂੰ ਖਰੀਦਣਾ ਪਵੇਗਾ। ਜਿਹੜੀ 100 ਰੁਪਏ ਦੀ ਚੀਜ਼ ਹੈ ਉਹ ਸਾਨੂੰ ਮਜਬੂਰਨ ਹੀ 200 ਰੁਪਏ ਦੀ ਖਰੀਦਣੀ ਪਵੇਗੀ। ਬੋਝ ਕਿਸ ਦੇ ਉੱਪਰ ਪਏਗਾ? ਆਮ ਜਨਤਾ ਦੇ ਉੱਪਰ ਬੋਝ ਪਏਗਾ, ਕਿਉਂਕਿ ਸਰਕਾਰ ਨੇ ਕੋਈ ਇਨਫਰਾਸਟ੍ਰਕਚਰ ਤਾਂ ਖੜਾ ਕਰਨਾ ਨਹੀਂ ਹੈ, ਕੋਈ ਸਮਾਨ ਆਪਣੇ ਦੇਸ਼ ਦੇ ਵਿੱਚ ਤਾਂ ਤਿਆਰ ਕਰਨਾ ਨਹੀਂ ਹੈ। ਔਰ ਜੇ ਦੂਜੇ ਦੇਸ਼ਾਂ ਤੋਂ ਨਿਰਯਾਤ ਨਹੀਂ ਕਰਾਂਗੇ ਤਾਂ ਉਹ ਸਮਾਨ ਅਗਰ 100 ਰੁਪਏ ਦਾ ਸਮਾਨ ਹੈ ਤਾਂ ਸਾਨੂੰ 200 ਰੁਪਏ ਦਾ ਮਜਬੂਰਨ ਹੀ ਖਰੀਦਣਾ ਪਵੇਗਾ। ਉਹ ਖਰੀਦਣਾ ਸਮਾਨ ਕਿਸ ਦਾ ਹੋਏਗਾ? ਉਹ ਇੱਥੇ ਦੀਆਂ ਪ੍ਰਾਈਵੇਟ ਕੰਪਨੀਆਂ ਨੇ ਜਿਨ੍ਹਾਂ ਨੂੰ ਸਰਕਾਰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ, ਉਹਨਾਂ ਦਾ ਹੀ ਸਾਨੂੰ ਮਜਬੂਰਨ ਖਰੀਦਣਾ ਪਵੇਗਾ, ਭਾਵੇਂ ਉਹ ਮਹਿੰਗਾ ਵੇਚਣ ਭਾਵੇਂ ਉਹ ਸਸਤਾ ਵੇਚਣ। ਸਾਨੂੰ ਇਹ ਸਰਕਾਰ ਦੀ ਚਾਲ ਨੂੰ ਸਮਝਣਾ ਪਵੇਗਾ। ਸਿਰਫ ਦੂਜੇ ਦੇਸ਼ ਦਾ ਸਮਾਨ ਦਾ ਬਾਈਕਾਟ ਕਰਨ ਦੇ ਨਾਲ ਨਹੀਂ ਕੁਝ ਹੋਵੇਗਾ। ਸਾਡੇ ਦੇਸ਼ ਦੀ ਸਰਕਾਰ ਦੇ ਉੱਪਰ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਸਮਾਨ ਅਗਰ ਦੂਜੇ ਦੇਸ਼ਾਂ ਤੋਂ ਅਸੀਂ ਨਹੀਂ ਖਰੀਦਦੇ ਤਾਂ ਉਹ ਇਨਫਰਾਸਟ੍ਰਕਚਰ, ਉਹ ਸਾਧਨ ਇੱਥੇ ਖੜੇ ਕੀਤੇ ਜਾਣ ਤਾਂ ਕਿ ਉਹ ਸਾਰਾ ਸਮਾਨ ਆਪਣੇ ਦੇਸ਼ ਦੇ ਵਿੱਚ ਹੀ ਬਣਾਇਆ ਜਾ ਸਕੇ, ਵਾਜਬ ਮੁੱਲ ਤੇ, ਵਾਜਬ ਰੇਟਾਂ ਤੇ ਔਰ ਵਧੀਆ ਕੁਆਲਿਟੀ ਦੇ ਵਿੱਚ। ਸਰਕਾਰ ਆਪਣੇ ਦੇਸ਼ ਦੇ ਵਿੱਚ ਉਸ ਸਮਾਨ ਦਾ ਇਨਫਰਾਸਟ੍ਰਕਚਰ ਖੜਾ ਕਰੇ, ਉਸ ਸਮਾਨ ਨੂੰ ਦੇਸ਼ ਦੇ ਵਿੱਚ ਹੀ ਬਣਾਉਣ ਦੇ ਲਈ ਕੋਈ ਮਜ਼ਬੂਤੀ ਢਾਂਚਾ ਖੜਾ ਕਰੇ। ਅੰਤ ਦੇ ਵਿੱਚ ਇਹ ਸੋਚਣਾ ਪਵੇਗਾ ਕਿ ਦੇਸ਼ ਦਾ ਲਗਾਤਾਰ ਵਿਕਦੇ ਚਲੇ ਜਾਣਾ, ਲਗਾਤਾਰ ਇੱਕ ਸਰਕਾਰੀ ਕੰਪਨੀਆਂ ਦਾ ਵਿਕਦੇ ਚਲੇ ਜਾਣਾ ਔਰ ਲੋਕਾਂ ਦੀ ਆਵਾਜ਼ ਨਾ ਉੱਠਣੀ, ਲੋਕਾਂ ਵੱਲੋਂ ਕਿਸੇ ਵੀ ਪੱਖੋਂ ਵਿਰੋਧ ਨਾ ਹੋਣਾ ਸਰਕਾਰ ਦਾ ਇਸ ਗੱਲ ਦਾ, ਤਾਂ ਲੋਕਾਂ ਦੇ ਸੁੱਤੇ ਹੋਣ ਦਾ ਸੰਕੇਤ ਹੈ, ਜੋ ਕਿ ਇੱਕ ਲੋਕਤੰਤਰ ਦੇ ਲਈ ਬਹੁਤ ਖਤਰਨਾਕ ਹੈ। ਕਿਉਂਕਿ ਜੋ ਗਲਤ ਕੰਮ ਹੁੰਦਾ ਹੈ ਉਸ ਦੇ ਖਿਲਾਫ ਅਗਰ ਲੋਕ ਆਪਣੀ ਆਵਾਜ਼ ਨਹੀਂ ਬੁਲੰਦ ਕਰਦੇ ਤਾਂ ਲੋਕਤੰਤਰ ਦੇ ਸੁੱਤੇ ਹੋਣ ਦੀ ਨਿਸ਼ਾਨੀ ਇਸ ਤੋਂ ਵੱਡੀ ਕੋਈ ਹੋ ਨਹੀਂ ਸਕਦੀ, ਜੋ ਕਿ ਲੋਕਤੰਤਰ ਦੇ ਲਈ ਬਹੁਤ ਖਤਰਨਾਕ ਹੈ, ਸਾਡੇ ਸੰਵਿਧਾਨ ਦੇ ਲਈ ਬਹੁਤ ਖਤਰਨਾਕ ਹੈ। ਜਦੋਂ ਤੱਕ ਲੋਕ ਜਾਗਦੇ ਨੇ ਤਦੋਂ ਤੱਕ ਹੀ ਲੋਕਤੰਤਰ ਜਾਗਦਾ ਹੈ, ਲੋਕਤੰਤਰ ਉਦੋਂ ਤੱਕ ਹੀ ਜਿਉਂਦਾ ਹੈ ਜਦੋਂ ਤੱਕ ਲੋਕ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਨੇ। ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।